बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक इंतहाई अफसोसनाक वाक़या जिहड़ा बलोचिस्तान दे शहर कोयटा दे इलाके मस्तून दे विच पेश आया कि एक औरत और एक आदमी नूं गोलियां दे नाल भुन दिता गया, मार दिता गया। जिरगे ने फैसला किया उन्होंने ऐसा किहड़ा काम किया सी कि उन्होंने इन्नी वड्डी सजा दी गई। ते मुख्तलिफ लोगों ने इहदे उत्ते वीडियो बनाई, लेकिन असल हकीकत किसी ने नहीं दसी। अज मैं तुहानूं उसकी हकीकत पूरी स्टोरी दी दसांगा कि किस तरह वाकया पेश आया, किदां किदां हुई। ते लोग कहते ने ना कि कुरान मजीद सी उहदे कोल, लड़की कोल, ते कुछ सी उन्हें कहा मैनूं हथ ना लाओ, गोली मार दो। बहरहाल कुरान मजीद दा भी कोई ऐसी गल नहीं सी हैगी। ते ये वाकया इस तरह कि एक ये वाकया जिहड़ा कुर्बानी तो पहलां दा, लेकिन उन्हां दी वीडियो हुण वायरल होईयां ने। ते ये वाकया इस तरह कि मस्तून दे इलाके दे विच दो खानदान रहिंदे ने, दो फैमिलियां रहिंदियां ने, दोनों आपस विच ही गुआंढी हुंदे ने। एक आदमी का नाम एहसान हुंदा जिहदी 50 साल तो उत्ते तकरीबन उम्र हुंदी आ। वो शादीशुदा हुंदा, उहदे दो बच्चे हुंदे आ। दूसरी उहदे नाल जिहड़ी औरत नस के गई सी ਉਹਦਾ ਨਾਮ शीतल दस्या गया, लेकिन वो फर्जी कहानी सी जिन्हें भी लिखी वायरल की। लेकिन तहकीक दे विच ਉਹਦਾ नाम जिहड़ा बानो दस्या गया। बानो दे 5 बच्चे सी। बानो शादीशुदा सी। बानो दे शोहर दा नाम नूर सी। ਨੂਰ ਜਿਹੜਾ ਇੱਕ ਇਸ ਤਰ੍ਹਾਂ ਦਾ ਕਾਰੋਬਾਰ ਕਰਦਾ ਸੀ ਕਿ ਕਹਿੰਦੇ ਕਿ ਘਰ ਬਹੁਤ ਘੱਟ ਵੱਧ ਆਉਂਦਾ ਜਾਂਦਾ ਸੀ, ਜ਼ਿਆਦਾ ਮਸਰੂਫ ਰਹਿੰਦਾ ਸੀ, ਔਰ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਘਰ ਚੱਕਰ ਲਾ ਲੈਂਦਾ ਸੀ। ਤੇ ਜਿਹੜਾ ਉਹਦਾ ਗੁਆਂਢੀ ਸੀ ਅਹਿਸਾਨ, ਜਿਹਦੀ 50 ਸਾਲ ਦੇ ਕਰੀਬ ਉਮਰ ਸੀ ਤਕਰੀਬਨ, ਤੇ ਉਹਦੇ ਦੋ ਬੱਚੇ ਸੀ, ਉਹਦੀ ਇਹਦੇ ਨਾਲ ਕੋਈ ਸੈਟਿੰਗ ਹੋ ਜਾਂਦੀ ਆ। ਤੇ ਜਿਸ ਵੇਲੇ ਬਾਨੋ ਦੇ ਨਾਲ ਸੈਟਿੰਗ ਹੋ ਜਾਂਦੀ ਆ, ਇਹ ਫੈਸਲਾ ਕਰਦੇ ਨੇ ਕਿ ਆਪਾਂ ਦੋਨੋਂ ਨਹਾਸੀਏ ਇੱਥੋਂ। ਤੇ ਉਹਨਾਂ ਨੇ ਫੈਸਲਾ ਕੀਤਾ, ਦੋਨੋਂ ਉਸ ਕਬੀਲੇ ਤੋਂ ਬਾਹਰ ਜਾ ਕੇ ਰਹਿਣ ਲੱਗ ਪੈਂਦੇ ਨੇ। 3 ਮਹੀਨੇ ਤੱਕ ਦੱਸਦੇ ਨੇ ਕਿ ਇਹ ਰਹੇ। ਇਹਨਾਂ ਦੇ ਤਾਲਕ ਜਿਹੜੇ 1.5-2 ਸਾਲ ਤੋਂ ਪਹਿਲਾਂ ਸ਼ੁਰੂ ਹੋਏ ਸੀ 2023 ਦੇ ਵਿੱਚ, ਤੇ ਫਿਰ ਇਹ 8-9 ਮਹੀਨੇ ਪਹਿਲਾਂ ਇਹ ਉਸ ਕਬੀਲੇ ਤੋਂ ਬਾਹਰ ਨਿਕਲ ਕੇ ਜਾ ਕੇ ਕਿਤੇ ਹੋਰ ਰਹਿਣ ਲੱਗ ਪੈਂਦੇ ਨੇ। ਬਾਨੋ ਔਰ ਅਹਿਸਾਨ 3 ਮਹੀਨੇ ਤੱਕ ਇਹ ਦੋਨੋਂ ਇਕੱਠੇ ਰਹਿੰਦੇ ਨੇ। ਉਸ ਤੋਂ ਬਾਅਦ ਦੱਸਦੇ ਨੇ ਕਿ ਇਹਨਾਂ ਦੇ ਦਰਮਿਆਨ ਇਖਤਲਾਫਾਤ ਸ਼ੁਰੂ ਹੋ ਗਏ। ਬਾਨੋ ਜਿਹੜੀ ਆ ਉਹਨੂੰ ਕੁਝ ਕਹਿੰਦੀ ਸੀ, ਅਹਿਸਾਨ ਕੁਝ ਕਹਿੰਦਾ ਸੀ। ਯਾਨੀ ਤੁਸੀਂ ਇਹ ਕਹਿ ਲਓ ਕਿ ਜਦੋਂ ਇਹ ਰੱਜ ਗਏ ਨਾ ਆਪਣੀ ਮੁਹੱਬਤ ਤੋਂ, ਤੇ ਇਹਨਾਂ ਦੇ ਦਰਮਿਆਨ ਇਖਤਲਾਫਾਤ ਪੈਣਾ ਸ਼ੁਰੂ ਹੋ ਗਏ। ਜਿਹੜੀ ਬਾਨੋ ਆ ਨਾ, ਇਹ ਫਿਰ ਆਪਣੇ ਸ਼ੋਹਰ ਖਾਮਦ ਨੂਰ ਨੂੰ ਫੋਨ ਕਰਦੀ ਆ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਮਾਫੀ ਦੇ ਦੇ, ਮੈਂ ਆਪਣੇ ਬੱਚਿਆਂ ਨੂੰ ਬਹੁਤ ਯਾਦ ਕਰਦੀ ਆ ਤੇ ਮੈਂ ਘਰ ਆਣਾ ਚਾਹਨੀ ਆ। ਅਹਿਸਾਨ ਇਹਨੂੰ ਛੱਡ ਕੇ ਤੇ ਨਸ ਗਿਆ ਸੀ। ਤੇ ਨੂਰ ਨੇ ਕਿਹਾ ਕਿ ਅੱਛਾ ਤੂੰ ਇਸ ਤਰ੍ਹਾਂ ਕਰਕੇ ਫੋਨ ਬੰਦ ਕਰ, ਮੈਂ ਤੈਨੂੰ ਦੱਸਦਾ ਸਲਾਹ ਕਰਕੇ। ਨੂਰ ਜਿਹੜਾ ਹੁਣ ਬਾਨੋ ਦਾ ਸ਼ੋਹਰ, ਇਹ ਆਪਣੇ ਸਾਲੇ ਜਲਾਲ ਨੂੰ ਫੋਨ ਕਰਦਾ, ਉਹਨੂੰ ਸਾਰੀ ਸਟੋਰੀ ਦੱਸਦਾ। ਜਲਾਲ ਕਹਿੰਦਾ ਠੀਕ ਆ, ਆਪਾਂ ਫਿਰ ਉਹਨੂੰ ਲੈ ਆਉਂਦੇ ਆ, ਲਿਆ ਕੇ ਤੇ ਰੱਖ ਲੈਂਦੇ ਆ, ਉਹਨੂੰ ਮਾਫੀ ਦੇ ਦਿੰਦੇ ਆ, ਚਲੋ ਬੱਚੇ ਆ ਛੋਟੇ ਛੋਟੇ, ਤੇ ਉਹਨੂੰ ਘਰ ਲੈ ਆਉਂਦੇ ਆ। ਉਹਨਾਂ ਨੇ ਫਿਰ ਉਹਨੂੰ ਬਾਨੋ ਨੂੰ ਫੋਨ ਕੀਤਾ, ਠੀਕ ਆ ਤੂੰ ਆ ਜਾ। ਬਾਨੋ ਜਿਹੜੀ ਆ ਘਰ ਵਾਪਸ ਆ ਜਾਂਦੀ ਆ, ਉਹਨੂੰ ਮਾਫੀ ਤਲਾਫੀ ਮਿਲ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਅਹਿਸਾਨ ਆ, ਜਦੋਂ ਉਹਨੂੰ ਪਤਾ ਲੱਗਦਾ ਕਿ ਬਾਨੋ ਜਿਹੜੀ ਆ ਉਹ ਤਾਂ ਘਰ ਜਾ ਕੇ ਰਹਿਣ ਲੱਗ ਪਈ ਆ ਤੇ ਮੈਂ ਨਸਿਆ ਹੋਇਆ, ਤੇ ਮੈਂ ਵੀ ਕਿਉਂ ਨਾ ਰਾਬਤਾ ਕਰਾਂ ਆਪਣੇ ਕਿਸੇ ਕਬੀਲੇ ਦੇ ਵੱਡੇ ਆਦਮੀ ਨਾਲ। ਉਹ ਵੀ ਜਿਹੜਾ ਨਾ ਰਾਬਤਾ ਕਰਦਾ ਕਿ ਮੈਂ ਵਾਪਸ ਆਣਾ ਚਾਹੁੰਦਾ। ਨੂਰ ਤਾਂ ਆ ਗਈ ਆ, ਉਹਦੇ ਘਰਦਿਆਂ ਨੇ ਮਾਫ ਕਰਤਾ ਉਹਨੂੰ। ਤੇ ਅਹਿਸਾਨ ਦੇ ਕਬੀਲੇ ਵਾਲੇ ਕਹਿੰਦੇ ਤੂੰ ਇੱਥੇ ਵਾਪਸ ਨਹੀਂ ਆ ਸਕਦਾ। ਜਿਰਗੇ ਸਿਸਟਮ ਦੇ ਤਹਿਤ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਨੂੰ ਇਲਾਕਾ ਬਦਰ ਕਰ ਦਿੱਤਾ ਜਾਂਦਾ, ਆਪਣੇ ਇਲਾਕੇ ਚੋਂ ਕੱਢ ਦਿੱਤਾ ਜਾਂਦਾ। ਅਹਿਸਾਨ ਜਿਹੜਾ ਫਿਰ ਇਸ ਤਰ੍ਹਾਂ ਕਰਦਾ ਕਿ ਬਾਨੋ ਦੀਆਂ ਉਹਦੇ ਕੋਲ ਤਸਵੀਰਾਂ ਹੁੰਦੀਆਂ ਬਹੁਤ ਜ਼ਿਆਦਾ। ਜਦੋਂ ਕਿਸੇ ਬੰਦੇ ਨਾਲ ਪਿਆਰ ਮੁਹੱਬਤ ਹੋਵੇ ਫਿਰ ਤਸਵੀਰਾਂ ਵੀ ਬਣ ਜਾਂਦੀਆਂ। ਜਦੋਂ ਇਖਤਲਾਫਾਤ ਸ਼ੁਰੂ ਹੋ ਜਾਣ ਫਿਰ ਉਹ ਬੰਦਾ ਜਿਹੜਾ ਬਦਲਾ ਲੈਣਾ ਸ਼ੁਰੂ ਕਰ ਦਿੰਦਾ। ਉਹਨੇ ਨਾ ਬਾਨੋ ਦੀਆਂ ਵੀਡੀਓਆਂ ਜਿਹੜੀਆਂ ਉਹਨਾਂ ਦੇ
ਜਿਹੜਾ ਖਾਨਦਾਨ ਸੀ, ਕਬੀਲਾ ਸੀ, ਉਹਨਾਂ ਦੇ ਲੋਕਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵੇਲੇ ਉਹ ਤਸਵੀਰਾਂ ਉਸ ਕਬੀਲੇ ਦੇ ਖਾਨਦਾਨ ਦੇ ਲੋਕਾਂ ਨੂੰ ਪਹੁੰਚੀਆਂ ਤੇ ਉਹਨਾਂ ਨੂੰ ਬੜਾ ਗੁੱਸਾ ਆਇਆ ਤੇ ਨੂਰ ਜਿਹੜਾ ਉਹਦਾ ਸ਼ੌਹਰ ਸੀ ਉਹ ਵੀ ਬੜਾ ਗੁੱਸਾ ਕਰਦਾ ਸੀ ਕਿ ਵੀ ਇਹ ਤਾਂ ਚਲੋ ਮਾਫ ਕੀਤਾ ਸੀ ਕਿ ਇਹਨੂੰ ਅਗਵਾ ਕੀਤਾ ਗਿਆ, ਉਹਨੇ ਅਗਵਾ ਦਾ ਨਾਮ ਦਿੱਤਾ ਗਿਆ। 3 ਮਹੀਨੇ ਰਹਿਣ ਤੋਂ ਬਾਅਦ ਬਾਨੋ ਜਦੋਂ ਵਾਪਸ ਆ ਗਈ ਸੀ ਤੇ ਫਿਰ ਉਹ ਤਸਵੀਰਾਂ ਜਿਹੜੀਆਂ ਨਾ ਉਸ ਕਬੀਲੇ ਦੇ ਵੱਡੇ ਸਰਦਾਰ ਕੋਲ ਲੈ ਕੇ ਗਏ ਕਿ ਆ ਦੇਖੋ ਜੀ ਇਸ ਬੰਦੇ ਨੇ ਸਾਡੀ ਬੀਵੀ ਦੀ ਇੱਜ਼ਤ ਜਿਹੜੀ ਆ ਰੋਲੀ ਆ ਔਰਤ ਦੀ, ਤੇ ਹੁਣ ਪਹਿਲਾਂ ਇਹਨੂੰ ਨਸਾ ਕੇ ਲੈ ਗਿਆ ਸੀ, ਹੁਣ ਤਸਵੀਰਾਂ ਵਾਇਰਲ ਕਰ ਰਿਹਾ। ਉਸ ਖਾਨਦਾਨ ਦੇ ਕਬੀਲੇ ਦੇ ਲੋਕ ਜਿਹੜਾ ਇੱਕ ਜਿਰਗਾ ਬੈਠਾ, ਉਹਨਾਂ ਨੇ ਫੈਸਲਾ ਕੀਤਾ ਕਿ ਇਸ ਬੰਦੇ ਨੂੰ ਪਕੜੋ, ਪਕੜ ਕੇ ਤੇ ਗੋਲੀ ਮਾਰ ਦਿਓ। ਹੁਣ ਇਹ ਅਹਿਸਾਨ ਜਿਹੜਾ ਇਹਨਾਂ ਦੇ ਧੱਕੇ ਚੜ ਜਾਂਦਾ, ਇਹਨੂੰ ਫੜ ਲਿਆਉਂਦੇ ਨੇ। ਜਿਸ ਵੇਲੇ ਅਹਿਸਾਨ ਦੇ ਕਬੀਲੇ ਨੂੰ ਪਤਾ ਲੱਗਦਾ, ਉਹਦੇ ਖਾਨਦਾਨ ਨੂੰ, ਉਹ ਕਹਿੰਦੇ ਨੇ ਕਿ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਸਾਡੇ ਬੰਦੇ ਅਹਿਸਾਨ ਨੂੰ ਫੈਸਲਾ ਕਰ ਲਿਆ ਜਿਰਗੇ ਦੇ ਵਿੱਚ ਵੀ ਇਹਨੂੰ ਗੋਲੀ ਮਾਰ ਦਿਓ, ਲੇਕਿਨ ਤੁਸੀਂ ਗਲਤ ਫੈਸਲਾ ਕੀਤਾ, ਅਸੀਂ ਵੀ ਕੋਈ ਕਦਮ ਉਠਾ ਸਕਦੇ ਹਾਂ, ਇਸ ਤਰ੍ਹਾਂ ਦੁਸ਼ਮਣੀ ਚੱਲ ਜਾਏਗੀ। ਬਿਹਤਰ ਇਹ ਹੈ ਕਿ ਉਸ ਲੜਕੀ ਨੇ, ਉਸ ਔਰਤ ਨੇ ਜਿਹੜਾ ਇਹ ਕੰਮ ਕੀਤਾ, ਉਹ ਵੀ ਬਰਾਬਰ ਦੀ ਹਿੱਸੇਦਾਰ ਆ, ਉਹਨੂੰ ਵੀ ਗੋਲੀ ਮਾਰਨੀ ਚਾਹੀਦੀ ਆ। ਬਹਰਹਾਲ ਫਿਰ ਇੱਕ ਜਿਰਗੇ ਸਿਸਟਮ ਦੇ ਤਹਿਤ ਫੈਸਲਾ ਹੋਇਆ ਕਿ ਇਹਨਾਂ ਦੋਨਾਂ ਨੂੰ ਗੋਲੀ ਦੇ ਨਾਲ ਉਡਾ ਦਿਓ। ਬਸ ਫਿਰ ਉਥੋਂ 5-6 ਡਾਲੇ ਲੈਂਦੇ ਨੇ, ਇਹਨਾਂ ਦੋਨਾਂ ਨੂੰ ਉਸ ਗੱਡੀ ਦੇ ਵਿੱਚ ਇਹਨਾਂ ਦੋਨਾਂ ਨੂੰ ਇੱਕ ਗੱਡੀ ਦੇ ਵਿੱਚ ਬਾਂਧਦੇ ਨੇ ਤੇ ਬਾਗ ਕੇ ਤੇ ਇੱਕ ਪਹਾੜੀ ਇਲਾਕੇ ਦੇ ਵਿੱਚ ਲੈ ਜਾਂਦੇ ਨੇ। ਉੱਥੇ ਬਹੁਤ ਸਾਰੇ ਲੋਕ ਹੁੰਦੇ ਨੇ, ਲਿਜਾ ਕੇ ਦੱਸਦੇ ਨੇ ਕਿ ਪਹਿਲਾਂ ਅਹਿਸਾਨ ਨੂੰ ਗੋਲੀਆਂ ਮਾਰੀਆਂ ਗਈਆਂ, 2 ਗੋਲੀਆਂ ਉਹਦੀਆਂ ਅੱਖਾਂ 'ਚ ਵੀ ਮਾਰੀਆਂ ਤੇ ਦੱਸਦੇ ਨੇ ਕਿ ਕੋਈ 10-12 ਗੋਲੀਆਂ ਅਹਿਸਾਨ ਨੂੰ ਮਾਰੀਆਂ ਗਈਆਂ। ਉਸ ਤੋਂ ਬਾਅਦ ਫਿਰ ਬਾਨੋ ਦੀ ਵਾਰੀ ਆ ਗਈ। ਬਾਨੋ ਦਾ ਭਰਾ ਜਿਹੜਾ ਜਲਾਲ ਸੀ, ਦੱਸਦੇ ਨੇ ਕਿ ਉਹ ਵੀ ਵਿੱਚ ਹੀ ਸ਼ਾਮਲ ਸੀ, ਉਹ ਵੀ ਅਸਲਾ ਲੈ ਕੇ ਗਿਆ ਸੀ। ਉਸ ਤੋਂ ਬਾਅਦ ਫਿਰ ਬਾਨੋ ਨੂੰ 19 ਗੋਲੀਆਂ ਮਾਰੀਆਂ ਗਈਆਂ ਔਰ ਬਾਨੋ ਦੱਸਦੇ ਨੇ ਕਿ ਏਡੀ ਦਲੇਰ ਔਰਤ ਸੀ ਕਿ ਉਹ ਬਿਲਕੁਲ ਨਹੀਂ ਘਬਰਾਈ, ਬਿਲਕੁਲ ਨਹੀਂ ਡੋਲੀ। ਇੱਕ ਤਾਂ ਬੰਦਾ ਹੁੰਦਾ ਨਾ, ਜਦੋਂ ਉਹਨੂੰ ਪਤਾ ਕਿ ਮੌਤ ਮੇਰੇ ਅੱਗੇ ਖੜੀ ਆ ਤੇ ਬੰਦਾ ਪਹਿਲਾਂ ਹੀ ਮਰ ਜਾਂਦਾ, ਲੇਕਿਨ ਦੱਸਦੇ ਨੇ ਕਿ ਉਹ ਬਾਨੋ ਏਡੀ ਦਲੇਰ ਔਰਤ ਸੀ, ਉਹਦੀ ਬਹਾਦਰੀ ਨੂੰ ਸਲਾਮ ਆ ਕਿ ਕਹਿੰਦੇ ਕਿ ਬਿਲਕੁਲ ਉਹ ਕੰਬੀ ਨਹੀਂ, ਲੜਖੜਾਈ ਨਹੀਂ ਤੇ ਡਰੀ ਨਹੀਂ। ਤੇ ਉਹ ਦੱਸਦੇ ਨੇ ਕਿ ਮੂੰਹ ਅੱਗੇ ਨੂੰ ਉਹਦਾ ਕਰਾਇਆ ਔਰ ਉਹਨੇ ਕਿਹਾ ਕਿ ਤੁਸੀਂ ਪਿੱਛੋਂ ਮੈਨੂੰ ਗੋਲੀ ਮਾਰ ਦਿਓ ਤੇ ਇਸ ਤਰ੍ਹਾਂ ਉਹਨੂੰ 19 ਗੋਲੀਆਂ ਦੱਸਦੇ ਨੇ ਕਿ ਬਾਨੋ ਨੂੰ ਮਾਰੀਆਂ ਗਈਆਂ। ਇਹ ਜਿਰਗੇ ਨੇ ਫੈਸਲਾ ਕੀਤਾ ਸੀ ਕਿ ਇਸ ਤਰ੍ਹਾਂ ਇਹਨਾਂ ਦੋਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿਓ ਜਾਂ ਸੰਸਾਰ ਕਰ ਦਿਓ ਜਾਂ ਪੱਥਰ ਮਾਰ ਦਿਓ, ਲੇਕਿਨ ਬਹਰਹਾਲ ਇਹ ਫੈਸਲਾ ਕੀਤਾ ਗਿਆ ਕਿ ਇਹਨਾਂ ਦੋਨਾਂ ਨੂੰ ਗੋਲੀਆਂ ਦੇ ਨਾਲ ਉਡਾ ਦਿਓ। ਤੇ ਇਹ ਵਾਕਿਆ ਜਿਹੜਾ ਤੁਸੀਂ ਦੇਖੋ ਕਿ 2023 ਤੋਂ ਇਹਨਾਂ ਦੇ ਤਾਲੁਕਾਤ ਸੀ। ਫਿਰ ਉਸ ਤੋਂ ਬਾਅਦ ਇਹ ਨਸਾ ਕੇ ਲੈ ਗਿਆ, 3 ਮਹੀਨੇ ਤੱਕ ਇਕੱਠੇ ਰਹੇ, ਫਿਰ ਇਖਤਲਾਫਾਤ ਸ਼ੁਰੂ ਹੋ ਗਏ। ਫਿਰ ਕੁਰਬਾਨੀ ਤੋਂ ਪਹਿਲਾਂ ਦਾ ਇਹ ਵਾਕਿਆ ਤੇ ਉਸ ਤੋਂ ਬਾਅਦ ਇਹ ਵੀਡੀਓ ਜਿਸ ਵੇਲੇ ਰਿਲੀਜ਼ ਹੋਈਆਂ ਤੇ ਵਜ਼ੀਰ ਆਲਾ ਬਲੋਚਿਸਤਾਨ ਤੱਕ ਇਹ ਖਬਰ ਗਈ ਤੇ ਫਿਰ ਉਹਨਾਂ ਨੇ ਐਕਸ਼ਨ ਲਿਆ। ਦੱਸਦੇ ਨੇ ਕਿ 19 ਬੰਦਿਆਂ ਦੇ ਖਿਲਾਫ FIR ਜਿਹੜੀ ਹੈ ਦਰਜ ਹੋਈ ਆ, ਜਿਹਦੇ ਵਿੱਚ 8 ਨਾਮਜ਼ਦ ਮੁਲਜ਼ਮਾਨ ਨੇ, ਜਿਹਦੇ ਵਿੱਚ ਇੱਕ ਜਲਾਲ ਬਾਨੋ ਦਾ ਭਰਾ ਆ ਤੇ ਇੱਕ ਕਬੀਲੇ ਦਾ ਸਰਦਾਰ ਆ ਜਿਹਦਾ ਨਾਮ ਆ ਸ਼ੇਰਬਾਜ਼ ਖਾਨ। ਤੇ ਪੁਲਿਸ ਨੇ ਛਾਪਾ ਮਾਰ ਕੇ ਕੁਝ ਬੰਦੇ ਗ੍ਰਿਫਤਾਰ ਕਰ ਲਏ ਨੇ, ਕੁਝ ਨੱਠੇ ਹੋਏ ਨੇ। ਇਹ ਸੀ ਅੱਜ ਦਾ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਬਹਰਹਾਲ ਜੋ ਵੀ ਹੋਇਆ ਗਲਤ ਹੋਇਆ, ਉਹਨਾਂ ਨੂੰ ਮਾਰਨਾ ਨਹੀਂ ਸੀ ਚਾਹੀਦਾ। ਉਹ ਦੇਖੋ ਨਾ, ਉਹਦੇ 5 ਬੱਚੇ ਉਹ ਵੀ ਯਤੀਮ ਹੋ ਗਏ ਤੇ ਦੂਸਰੇ ਦੇ ਵੀ 2 ਬੱਚੇ ਉਹ ਵੀ ਯਤੀਮ ਹੋ ਗਏ। ਇਹ ਕੇਸ ਅਦਾਲਤ ਦੇ ਵਿੱਚ ਚੱਲਣਾ ਚਾਹੀਦਾ ਸੀ। ਅਦਾਲਤ ਜੋ ਫੈਸਲਾ ਕਰਦੀ ਜਾਂ ਉਹਨਾਂ ਨੂੰ ਇਲਾਕੇ ਚੋਂ ਕੱਢ ਦਿੰਦੇ, ਉਹ ਬਿਹਤਰ ਸੀ। ਬਹਰਹਾਲ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਜ਼ੁਬਾਨ ਤੇ ਰੱਖੇ। अस्सलामु अलैकुम व रहमतुल्लाहि व बरकातहू।